दे विच ਇਹ ਦਰਜ ਹੋ ਚੁੱਕਿਆ ਕਿ ਤੁਹਾਨੂੰ ਜਦੋਂ ਤੁਸੀਂ ਮੈਟਰੀਮੋਨੀਅਲ ਬੇਸ ਦੇ ਉੱਤੇ ਵੀਜ਼ਾ ਲੈਣ ਜਾਂਦੇ ਹੋ ਕਿਸ ਕਿਸਮ ਦੇ ਸਵਾਲ ਪੁੱਛੇ ਜਾਂਦੇ ਨੇ, ਕਿਸ ਕਿਸਮ ਦੇ ਸਬੂਤ ਤੁਹਾਨੂੰ ਉੱਥੇ ਪੇਸ਼ ਕਰਨੇ ਪੈਂਦੇ ਨੇ। ਉਦੋਂ ਗੱਲ ਚੱਲ ਜਾਂਦੀ ਸੀਗੀ ਜੀ ਕਿ ਫੋਟੋਆਂ ਲਾਤੀਆਂ, ਸਰਟੀਫਿਕੇਟ ਲਾਤਾ, ਜਾ ਕੇ ਗੁਰਦੁਆਰੇ ਦਾ ਸਰਟੀਫਿਕੇਟ ਲਾਤਾ, ਨਾਲ ਅਦਾਲਤ ਦਾ ਸਰਟੀਫਿਕੇਟ ਲਾਤਾ। ਹੁਣ ਇਹਦੇ ਨਾਲ ਨਹੀਂ ਚੱਲਦਾ। ਹੁਣ ਜਿਹੜਾ ਕਾਜੀ ਵਿਆਹ ਹੈ, ਕਾਜੀ ਵਿਆਹ ਦੇ ਉੱਤੇ ਸਾਰੇ ਰਿਸ਼ਤੇਦਾਰ असली भंगड़ा पाਉਂਦੇ ਨੇ। सारियां रिश्तेदारियां मां बाप नानके दादके दोस्त गवांढी शामिल ने, बाहर नहीं है। ते वो अपने ਜਿਹੜੇ अकीदे ने ਉਹਨਾਂ समेत शामिल ने। जे वो सिख ने तो उन्होंने गुरु ग्रंथ साहब ਦੀਆਂ ਲਾਵਾਂ ਲੈਣੀਆਂ ਨੇ, ਉਸੇ ਨੂੰ ਸਬੂਤ ਦੇ ਤੌਰ ਦੇ ਉੱਤੇ ਜਾ ਕੇ ਪੇਸ਼ ਕਰਨਾ ਕਿ ਵਿਆਹ ਸੱਚਾ ਹੋਇਆ। ਜੇ ਉਹ ਹਿੰਦੂ ਨੇ ਤੇ ਉਹਨਾਂ ਨੇ 7 ਫੇਰੇ ਲੈਣੇ ਨੇ, ਜੇ ਉਹ ਮੁਸਲਮਾਨ ਨੇ ਤੇ ਉਹਨਾਂ ਨੇ ਉੱਥੇ ਦਿਖਾਉਣਾ ਕਿ ਇੱਥੇ ਇਹਨਾਂ ਨੇ ਕਬੂਲ ਕਿਹਾ। ਸੋ ਇਸ ਕਰਕੇ ਇਸ ਬਿਜ਼ਨਸ ਦੇ ਵਿੱਚ ਅਸੀਂ ਆਪਣੇ, ਮੈਂ ਅਸੀਂ ਸ਼ਬਦ ਬਿਲਕੁਲ ਸੋਚ ਸਮਝ ਕੇ ਵਰਤ ਰਿਹਾ, ਕਿਉਂਕਿ ਆਮ ਤੌਰ ਦੇ ਉੱਤੇ ਬੋਲਣ ਵਾਲਾ ਆਪਣੇ ਆਪ ਨੂੰ ਬਾਹਰ ਰੱਖ ਦਿੰਦਾ ਕਿ ਮੈਂ ਤਾਂ ਦੁਨੀਆ ਦੇ ਕਿਸੇ ਹੋਰ ਖੁੰਝੇ ਤੋਂ ਆਇਆ, ਬਾਕੀ ਦੁਨੀਆ ਨੂੰ ਵੀ ਮੈਂ ਠੀਕ ਕਰਨਾ। ਸੋ ਜਦੋਂ ਮੈਂ ਇਹ ਗੱਲ ਕਰ ਰਿਹਾ, ਮੈਂ ਆਪਣੇ ਆਪ ਨੂੰ ਠੀਕ ਕਰਨ ਦੀ, ਆਪਣੇ ਆਪ ਦਾ ਡਾਇਗਨੋਸ ਬਣਾਉਣ ਦੀ ਕੋਸ਼ਿਸ਼ ਕਰ ਰਿਹਾ। ਸੋ ਅਸੀਂ ਇਹਦੇ ਵਿੱਚ ਆਪਣੇ ਅਕੀਦਿਆਂ ਸਮੇਤ ਸ਼ਾਮਿਲ ਹਾਂ, ਆਪਣੀਆਂ ਰਿਸ਼ਤੇਦਾਰੀਆਂ ਸਮੇਤ ਸ਼ਾਮਿਲ ਹਾਂ। ਉਸ ਤੋਂ ਬਾਅਦ ਉਹੀ ਵਿਆਹ ਦਾ ਸਰਟੀਫਿਕੇਟ ਗੁਰਦੁਆਰੇ ਨੇ ਦੇਣਾ, ਉਹ ਦੇ ਵਿੱਚ ਜਾਰੀ ਹੋਣਾ ਹੈ, ਤਾਂ ਜਾ ਕੇ ਉਹ ਇਮੀਗ੍ਰੇਸ਼ਨ ਦੀ ਫਾਈਲ ਬਣਨੀ ਹੈ। ਹੁਣ ਅਸੀਂ ਆਪਣਾ ਸਾਰਾ ਕੁਝ ਦਾਅ ਦੇ ਉੱਤੇ ਲਾ ਕੇ ਇਹ ਸਰਟੀਫਿਕੇਟ ਬਣਾ ਲਿਆ। ਇੰਟਰਨੈਸ਼ਨਲ ਥੀਏਟਰ ਦੇ ਉੱਤੇ ਇਸ ਸਰਟੀਫਿਕੇਟ ਦਾ ਕੀ ਹੋ ਰਿਹਾ? ਕੈਨੇਡਾ ਨੇ 2008 ਦੇ ਵਿੱਚ ਡਿਆਨਾ ਫਿਨਲੇ, ਉਦੋਂ ਉਹਨਾਂ ਦੀ ਸਿਟੀਜ਼ਨ ਐਂਡ ਇਮੀਗ੍ਰੇਸ਼ਨ ਮਿਨਿਸਟਰ ਸੀ, ਉਹਨੇ ਕਿਹਾ ਕਿ ਪੰਜਾਬ ਤੋਂ ਆਉਣ ਵਾਲੇ ਜਿਹੜੇ ਲੋਕ ਨੇ, ਇਹਨਾਂ ਦੇ ਜਦੋਂ ਮੈਟਰੀਮੋਨੀਅਲ ਬੇਸਿਸ ਦੇ ਉੱਤੇ ਵੀਜ਼ਾ ਐਪਲੀਕੇਸ਼ਨ ਆਏਗੀ, ਇਹਨਾਂ ਦੇ ਵਿਆਹ ਦੀ ਤਸਦੀਕ ਸਾਡੇ ਆਪਣੇ ਸੀਕ੍ਰੇਟ ਸਕੁਐਡ ਆਪ ਜਾ ਕੇ ਕਰਨਗੇ। ਇਹਦੇ ਮਾਇਨੇ ਨਹੀਂ। ਜਿਹੜੇ ਵਿਆਹ ਦੇ ਸਰਟੀਫਿਕੇਟ ਦੇ ਉੱਤੇ ਗੁਰਦੁਆਰੇ, ਮੰਦਰ, ਮਸਜਿਦ ਤੋਂ ਲੈ ਕੇ ਅਦਾਲਤ ਤੱਕ ਦੀ ਸਟੈਂਪ ਲੱਗੀ ਹੋਵੇ, ਉਹ ਸ਼ੱਕ ਦੇ ਘੇਰੇ ਦੇ ਵਿੱਚ ਹੈ। ਇਹਦਾ ਮਤਲਬ ਅਸੀਂ ਆਪਣੇ ਸਮਾਜ ਸਮੇਤ ਪੂਰਾ ਮੁਲਕ ਸ਼ੱਕ ਦੇ ਘੇਰੇ ਦੇ ਵਿੱਚ ਹੈ। ਸਾਰੀਆਂ ਸੰਸਥਾਵਾਂ ਉਸ ਸ਼ੱਕ ਦੇ ਘੇਰੇ ਦੇ ਵਿੱਚ ਨੇ। At the same time, the human nature also, the people also go for the search of the green pastures. The big people also went to the other countries. But the big problem which comes, that is the survival aspect of the human nature, because due to the lack of the facilities prevailing in some part, ਇਹ ਪ੍ਰੋਬਲਮ ਹਿਊਮਨ ਟ੍ਰੈਫਿਕਿੰਗ ਦੀ ਜਿਹੜੀ ਹੈ, ਇਹ ਇਕੱਲੇ ਸਾਡੇ ਮੁਲਕ ਦੀ ਜਾਂ ਸਾਡੀ ਸਟੇਟ ਦੀ ਪ੍ਰੋਬਲਮ ਨਹੀਂ ਹੈ, ਵਰਲਡ ਵਾਈਡ ਪ੍ਰੋਬਲਮ ਹੈ। The United States Department Trafficking in Persons report US ਨੇ ਇੱਕ ਤਿਆਰ ਕੀਤੀ ਸੀ, ਜਿਹਦੇ ਵਿੱਚ ਇਹ ਪਾਇਆ ਗਿਆ ਕਿ ਇਸ ਦੁਨੀਆ ਦੇ ਪੂਰੇ 195 ਮੁਲਕਾਂ ਦੇ ਵਿੱਚੋਂ 188 ਮੁਲਕ ਹਿਊਮਨ ਟ੍ਰੈਫਿਕਿੰਗ ਦੇ ਨਾਲ ਇਫੈਕਟਡ ਹੋਏ। ਇਸ ਦੇ ਵਿੱਚ 80%, ਇਹ ਚੀਜ਼ ਬੜੀ ਗੌਰ ਕਰਨ ਵਾਲੀ ਹੈ, 80% ਟ੍ਰੈਫਿਕਿੰਗ ਸੈਕਸ਼ੂਅਲ ਐਕਸਪਲੋਇਟੇਸ਼ਨ ਦੇ ਲਈ ਹੁੰਦੀ ਹੈ ਤੇ 19% ਲੇਬਰ ਐਕਸਪਲੋਇਟੇਸ਼ਨ ਦੇ ਲਈ ਹੁੰਦੀ ਹੈ। 20 ਤੋਂ 30 ਲੱਖ ਮਿਲੀਅਨ ਸਲੇਵਸ ਇਸ ਦੁਨੀਆ ਦੇ ਵਿੱਚ ਨੇ, ਜਿਨ੍ਹਾਂ ਨੂੰ ਬਣਾਇਆ ਗਿਆ ਸਲੇਵਸ, ਇੱਕ ਮੁਲਕ ਤੋਂ ਵਰਗਲਾ ਕੇ ਦੂਸਰੇ ਮੁਲਕਾਂ ਦੇ ਵਿੱਚ ਲਿਜਾ ਕੇ ਉਹਨਾਂ ਨੂੰ ਸਲੇਵਸ ਬਣਾਇਆ ਗਿਆ। ਇਸੇ ਤਰੀਕੇ ਦੇ ਨਾਲ ਸਾਡੇ ਭਾਈਚਾਰੇ ਦੇ ਵਿੱਚੋਂ ਵੀ ਬਹੁਤ ਲੋਕ ਇਹੋ ਜਿਹੇ ਆ ਜਿਨ੍ਹਾਂ ਨੂੰ ਇੱਕ ਆਲੀਸ਼ਾਨ ਚੀਜ਼ਾਂ ਦਿਖਾ ਕੇ, ਇਹੋ ਜਿਹਾ ਮਾਹੌਲ ਕ੍ਰੀਏਟ ਕਰਕੇ ਉਹਨਾਂ ਨੂੰ ਇੱਥੋਂ ਲਿਜਾਇਆ ਗਿਆ ਤੇ ਉੱਥੇ ਅਲੱਗ-ਅਲੱਗ ਮੁਲਕਾਂ ਦੇ ਵਿੱਚ ਵੇਚਿਆ ਗਿਆ ਤੇ ਉਹਨਾਂ ਨੂੰ ਉੱਥੇ ਫਸਾਇਆ ਗਿਆ।
ਤੇ ਅੱਜ ਉਹਨਾਂ ਕੋਲੇ ਵਾਪਸ ਆਉਣ ਦਾ ਕੋਈ ਰਸਤਾ, ਕੋਈ ਜ਼ਰੀਆ ਹੈ ਹੀ ਨਹੀਂ। ਜਿੱਥੇ ਮੈਂ ਪੰਜਾਬ ਨੂੰ ਬਿਲੋਂਗ ਕਰਦੇ ਹਾਂ ਅਸੀਂ, ਦੁਆਬਾ ਇੱਕ ਐਸੀ ਬੈਲਟ ਹੈ ਜਿੱਥੋਂ ਸਭ ਤੋਂ ਜ਼ਿਆਦਾ ਲੋਕ ਬਾਹਰ ਜਾਂਦੇ ਹੈ ਔਰ ਹਿਊਮਨ ਟ੍ਰੈਫਿਕਿੰਗ ਦਾ ਸਭ ਤੋਂ ਜ਼ਿਆਦਾ ਸ਼ਿਕਾਰ ਹੋਏ ਅੱਜ ਤੱਕ। बहुत सारे कामयाब हो गए, लेकिन ਜਿਹੜੇ ਨਾਕਾਮਯਾਬ ਹੋਏ और जिन्हों के परिवारों ने संताप चल रहे हैं या चलिया, वो बहुत ज़्यादा तादाद के विच है। इस चीज़ वालों झुकाव क्यों होंदा? ਉਹਦੇ कारण है, सिंपल कारण है कि सबनों अच्छे रिसोर्सेज चाहिए है कमाई दे। ਜਦੋਂ ਜਾਂ ਤਾਂ ਬੱਚਾ ਐਜੂਕੇਟ ਹੋ ਜਾਂਦਾ, फिर वो देखता मैं इंप्लॉयमेंट किदां दी मिल सकती है, और जिहड़ा एजुकेट नहीं हुंदा, जिहदी एजुकेशन नहीं पूरी हुंदी, वो भी आकर्षित हुंदा भी पैसा, वो भी कमाने लई प्रेरित हुंदा भी मैं जाके जल्दी पैसा कमाना। डॉलर्स पाउंड्स एक ऐसी करेंसी बन गई जिहदे वल नूं कमान दा सब दा ध्यान गया। सरकार ने इलेक्शन के अपने मैनिफेस्टो में भी ख़ास तौर पे आम आदमी के सुप्रीमो अरविंद केजरीवाल जी ने और हमारे सीएम भगवंत मान जी ने तब इलेक्शन से पहले भी ये बात कही थी कि लोग, बच्चे कनाडा जा रहे हैं, पंजाब खाली होता जा रहा है, लोगों के घर खाली पड़े हैं, तो माँ बाप अकेले रह गए यहाँ पे बहुत सारे केसों में। तो हमारी पहली कोशिश होगी जहाँ एक अच्छी एनवायरनमेंट बनाई है, अच्छा एम्प्लॉयमेंट बच्चों के लिए, रोज़गार के लिए एक अच्छा वातावरण बनाया है, उसके लिए डेफिनेटली सरकार अच्छा करने की कोशिश करेगी। सरकार के बारे में अभी थोड़ा सा कंप्यूटर क्वेश्चन पूछ रहे हैं। जी पूछिए, आपको दिक्कत। सरकार के बारे में आम लोगों का एक विचार इससे बन रहा है कि वो 2 कदम आगे चलती है, फिर 2 कदम पीछे हो जाती है, फिर 2 कदम 4 कदम आगे बढ़ती है, फिर वो मतलब ऐसे क्यों हो रहा है? कोई डिसीजन होमवर्क करने के बाद क्यों नहीं लिए जा रहे? नहीं, कुछ चीज़ें हो सकती है आपको ऐसा लगा हो, पर ऐसा मैं कह सकता हूँ है नहीं। कई बार युद्ध जीतने के लिए 2 कदम आगे जाना पड़ता है, फिर 2 पीछे आना पड़ता है, फिर 2 कदम आगे जाके उसकी रणनीति होती है। हो सकता है रणनीति का पार्ट हो। आप हमें टाइम दीजिए। जी थैंक यू। ब्रेन ड्रेन जो हो रहा है उसके लिए रिस्पॉन्सिबल कौन है? देखो जी, ब्रेन ड्रेन के लिए जो लैक ऑफ फैसिलिटीज़ होंगे सिस्टम का ब्रेन ड्रेन, एजुकेशन इकनॉमिक सिस्टम दोवें जोड़े स्ट्रक्चर है साढ़े, दोज नीड्स टू बी स्ट्रेंथ, एजुकेशन एंड दी इकनॉमिक स्ट्रक्चर। जो साढ़े बच्चे पढ़ लेंगे इतने, मान लो एक डॉक्टर बन जाता है, वो कोले PCMS के लिए उन्होंने नौकरी नहीं मिलती, तो इट इज़ ए ब्रेन ड्रेन। इंजीनियर बन जाता है, उन्होंने नौकरी नहीं मिलती, इट इज़ ए ब्रेन ड्रेन। ही हैज़ टू गो टू दी अदर कंट्री। अच्छा, इसे रोकने के लिए मौजूदा सरकार क्या मोर फैसिलिटीज, जैसे हमारे CM साहब ने अभी प्रपोज किया कि 3 मेडिकल कॉलेजेस हम स्टेट ऑफ पंजाब में करेंगे, इंजीनियरिंग कॉलेज भी करेंगे, और एजुकेशन को बढ़िया रंग देंगे, और वी विल प्रोवाइड मोर अपॉर्चुनिटीज़ विच आर कॉल्ड द एम्प्लॉयमेंट अपॉर्चुनिटी। आज के सेमिनार में जो ह्यूमन ट्रैफिकिंग का इशू है वो पूरी दुनिया के मानचित्र पर कैसे हो रहा है, और उस मानचित्र के साथ जो हमारा मुल्क और उसके बाद हमारा जो राज्य है उसका क्या कनेक्शन है। तो इसके बारे में एक तो यहाँ पर ये चर्चा हुई कि ये कैसे हो रहा है, उसको एक्सप्लेन करना और उसको अपने साथ जोड़ के समझना, ये एक मुद्दा रहा। और उसके बाद जहाँ जहाँ पर गैर कानूनी काम हो रहा है, उस गैर कानूनी काम को कैसे रोका जा सकता है, कैसे उसकी निशानदेही की जा सकती है, उसके बारे में चर्चा हुई। और उसमें अलग अलग लोगों ने अपने अपने पॉइंट ऑफ व्यू से वहाँ पर बातें की। जैसे मेरे लिए ये दिलचस्प था कि मैं पत्रकार हूँ, डॉक्यूमेंट्री फिल्म मेकर हूँ, मैं अपने हिसाब से बात करता हूँ, और वकील साहब हैं वो अपने हिसाब से करते हैं, और हमारे जो मंत्री हैं, मंत्री साहब ब्रह्मशंकर जी, वो होशियारपुर से आते हैं, वो अपना एक्सपीरियंस और अपने इलाके का एक्सपीरियंस लाते हैं। तो दैट वे मुझे लगता है कि सभी को काफ़ी कुछ सीखने के लिए मिला।